सुख सागर सुरतर चिंता मन काम देन बस जाके चार पदार्थ अष्ट दशा सिद्ध नवनिध कर तल ताके सुख सागर सुरतर चिंता मन काम देन बस जाके चार पदार्थ अष्ट दशा सिद्ध नवनिध कर तल ताके। परम सत्कारयोग परम पूजनीय श्री श्री 108 स्वामी गुरुदेव गिरी महाराज जी गुरु चरनां विच विराजमान दूर दूर तो चल के आई समूह साध संगत जीओ सारिਆਂ ਨੂੰ जय गुरुदेव जय गुरु रविदास जी धन गुरुदेव जी। अज असीं सारियां ही संगतां 25 मई ਨੂੰ महान संत महाराज रामानंद जी दे श्रद्धांजलि समारोह विच इकट्ठे हुए हाँ। संत रामानंद जी जेड़े डेरा सचखंड बल्ला तो हन और अज दे दिन उन्होंने शहीदी प्राप्त की थी। अजिहे महान क्रांतिकारी समाज सुधारक नूं डेरा स्वामी जगतगिरी ट्रस्ट पठानकोट श्री गुरु रविदास सभा पठानकोट समूह संगत ते परम पूज्य श्री श्री 108 स्वामी गुरुदेव गिरी वालों शरदा सुमन भेंट किए जाते हैं। आप सारे ही जानते हो कि यह अजिहे संत सन जिन्हां ने लोगां नूं ज्ञान दिता वाणी नाल जोड़िया गुरु रविदास मिशन दा कर कर प्रचार किया। उन्हां दी रहनुमाई विच अनेक मंदिर अनेक धाम बने अते अज पूरा समाज जगा के ओह शहीदी प्राप्त करके गए हन। अजिहे संतां नूं असीं कोटि कोटि प्रणाम करते हाँ। गुरु प्यारी सत संगत जी हुण जेड़ा आप जी ने वाणी दा पाठ श्रवण कीता है ओ शब्द सतगुरु रविदास महाराज जी दी वाणी तो लिया गया है। सतगुरु रविदास महाराज जी दी वाणी दे 40 शब्द ते एक श्लोक श्री गुरु ग्रंथ साहिब विच दर्ज है। उस दे इलावा बहुत सारी अजिही वाणी है जिहड़ी जगह जगह पई हुई सी। साडे पढ़े लिखे बुद्धिजीवियों ने साडे नौजवानों ने शोध करके खोज करके इस वाणी नूं इकट्ठा किया है ते बहुत सारी वाणी लिखी गई है। ये जो शब्द आप जी ने पढ़िया है ये राग मारू विच है ते महाराज जी इस शब्द दे राही जीव नूं सच्चे सुख की प्राप्ति किद्दां हो सकती है उस दी गल करते हैं। गुरु जी कहते हैं सुख सागर सुरतर चिंता मनी काम देन बस जाके चार पदार्थ अष्ट दशा सिद्ध नवनिध करतल ताके। संसार विच जो भी जीव आया है वो सुख प्राप्त करता है। वो दौड़ता रहता है किस वास्ते कि मैनू किते सुख मिल जावे।
ਸਾਰਾ ਜੀਵਨ ਉਹ ਇਸੇ ਤਰ੍ਹਾਂ ਹੀ ਗਵਾ ਦਿੰਦਾ ਹੈ ਸੁਖ ਦੀ ਪਾਲ ਵਿੱਚ। ਉਹ ਸੋਚਦਾ ਹੈ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋ ਜਾਵੇਗਾ, ਮੈਂ ਸੰਸਾਰਿਕ ਵਸਤੂਆਂ ਖਰੀਦ ਲਵਾਂਗਾ, ਵੱਡੀ ਗੱਡੀ ਹੋਵੇਗੀ, ਵਧੀਆ ਘਰ ਹੋਵੇਗਾ, ਸਮਾਨ ਵਧੀਆ ਹੋਵੇਗਾ ਤੇ ਮੈਨੂੰ ਸੁਖ ਦੀ ਪ੍ਰਾਪਤੀ ਹੋ ਜਾਵੇਗੀ। ਫਿਰ ਕਈ ਸੋਚਦੇ ਹਨ ਕਿ ਚਲੋ ਮੇਰੇ ਬੱਚੇ ਵੱਡੇ ਹੋਣਗੇ, ਨੌਕਰੀਆਂ ਤੇ ਲੱਗਣਗੇ, ਸੁਖ ਆਰਾਮ ਦੀ ਜ਼ਿੰਦਗੀ ਜੀਵਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਸੁਖ ਨੂੰ ਲੱਭਦੇ ਲੱਭਦੇ ਅਸੀਂ ਅਸਲੀ ਆਨੰਦ ਤੋਂ ਵਾਂਝੇ ਰਹਿ ਜਾਂਦੇ ਹਾਂ। ਸਹਿਜੋ ਭਾਈ ਨੇ ਬੜਾ ਵਧੀਆ ਲਿਖਿਆ ਹੈ, ਤਨਵੰਤੇ ਦੁਖੀਆ ਨਿਰਧਨ ਦੁਖ ਕਾ ਰੂਪ, ਸਾਧ ਸੁਖੀ ਸਹਿਜੋ ਕਹੇ ਪਾਈਏ ਪੇਤ ਅਨੂਪ। ਸਹਿਜੋ ਭਾਈ ਉਹਨਾਂ ਨੇ ਲਿਖਿਆ ਹੈ, ਤਨਵੰਤੇ ਦੁਖੀਆ, ਜਿਹੜਾ ਅਮੀਰ ਆਦਮੀ ਹੈ, ਜਿਸ ਕੋਲ ਬਹੁਤ ਸਾਰੇ ਪੈਸੇ ਹਨ, ਧਨ ਦੌਲਤ ਹੈ, ਲੇਕਿਨ ਉਹ ਸੁਖੀ ਨਹੀਂ ਹੈ, ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹ ਸੰਸਾਰ ਦੀਆਂ ਸਾਰੀਆਂ ਹੀ ਵਸਤਾਂ ਖਰੀਦ ਸਕਦਾ ਹੈ, ਦਿਨ ਰਾਤ ਚਿੰਤਾ ਲੱਗੀ ਰਹਿੰਦੀ ਹੈ ਉਸ ਨੂੰ ਪੈਸਾ ਕਿਸ ਤਰ੍ਹਾਂ ਸੰਭਾਲਾਂ, ਕਿਤੇ ਟੈਕਸਾਂ ਦਾ ਡਰ, ਕਿਤੇ ਕਿਸੇ ਦੂਸਰੇ ਤਰ੍ਹਾਂ ਦਾ ਡਰ। ਅਰਥਾਤ ਜੋ ਅਮੀਰ ਆਦਮੀ ਹੈ ਉਹ ਵੀ ਚੈਨ ਦੀ ਨੀਂਦ ਨਹੀਂ ਸੌ ਪਾਉਂਦਾ। ਨਿਰਧਨ ਦੁੱਖ ਕਾ ਰੂਪ, ਤੇ ਜਿਹੜਾ ਗਰੀਬ ਹੈ ਵਿਚਾਰਾ ਉਹ ਤੇ ਹੈ ਹੀ ਦੁਖੀ, ਕਿਉਂਕਿ ਉਹ ਸੋਚਦਾ ਰਹਿੰਦਾ ਹੈ ਕਿ ਦਿਹਾੜੀ ਲੱਗੇਗੀ ਕਿ ਨਹੀਂ ਲੱਗੇਗੀ, ਜੇ ਲੱਗ ਜਾਏਗੀ ਤੇ ਕਿੰਨੇ ਪੈਸੇ ਖਰਚਾਂਗਾ, ਕਿਸ ਹਿਸਾਬ ਨਾਲ ਖਰਚਾਂਗਾ। ਸੁਖ ਗਰੀਬ ਨੂੰ ਵੀ ਨਹੀਂ ਮਿਲਦਾ। ਤੇ ਫਿਰ ਸੁਖ ਕਿਹਨੂੰ ਮਿਲਦਾ ਹੈ? ਸਾਧ ਸੁਖੀ ਸਹਿਜੋ ਕਹੀਏ ਪਾਈਓ ਪੇਦ ਅਨੂਪ। ਜੋ ਉਸ ਮਾਲਿਕ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਉਹ ਜੋ ਉਸ ਦੇ ਨਾਮ ਦਾ ਸਿਮਰਨ ਕਰਦਾ ਹੈ, ਉਸ ਨੂੰ ਹੀ ਸੱਚੇ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਕਈ ਵਾਰ ਅਸੀਂ ਸੁਖ ਲੱਭਦੇ 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 ਪਤਾ ਨਹੀਂ ਅਜਿਹੀ ਅੰਧੀ ਦੌੜ ਦੇ ਪਿੱਛੇ ਪੈ ਜਾਂਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਤਰ੍ਹਾਂ ਦੇ ਐਸੇ ਸਾਧਨ ਅਪਣਾਉਂਦੇ ਹਾਂ ਜਿਸ ਦੀ ਜ਼ਰੂਰਤ ਨਹੀਂ ਹੁੰਦੀ। ਉਸ ਦੌੜ ਵਿੱਚ ਅਸੀਂ ਚੀਜ਼ਾਂ ਇਕੱਠੀਆਂ ਕਰਦੇ ਰਹਿੰਦੇ ਹਾਂ, ਅਨੇਕ ਤਰ੍ਹਾਂ ਦੀਆਂ ਮਹਿੰਗੀਆਂ ਚੀਜ਼ਾਂ ਖਰੀਦ ਲੈਂਦੇ ਹਾਂ, ਸੋਚਦੇ ਹਾਂ ਸੁੱਖ ਮਿਲ ਜਾਵੇਗਾ, ਅਸੀਂ ਆਰਾਮ ਦੀ ਜ਼ਿੰਦਗੀ ਬਤੀਤ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਜੇਕਰ ਆਰਾਮ ਦੀ ਜ਼ਿੰਦਗੀ ਜੀਣੀ ਹੁੰਦੀ ਤੇ ਉਹ ਧਨ ਦੌਲਤ ਵਾਲੇ ਰਾਜਾ ਮਹਾਰਾਜਾ ਸੰਤਾਂ ਦੇ ਚਰਨਾਂ 'ਚ ਕਿਉਂ ਜਾਂਦੇ? ਉਸ ਮਾਲਿਕ ਦੇ ਨਾਮ ਦਾ ਆਖਿਰਕਾਰ ਸਿਮਰਨ ਕਿਉਂ ਕਰਦੇ, ਜੇਕਰ ਪੈਸੇ ਨਾਲ ਹੀ ਸਾਰਾ ਕੁਝ ਮਿਲ ਜਾਂਦਾ? ਫਿਰ ਕਈ ਵਾਰੀ ਆਦਮੀ ਸੋਚਦਾ ਹੈ ਕਿ ਅੱਜ ਮੈਂ ਬਹੁਤ ਦੁਖੀ ਹਾਂ ਤੇ ਨਸ਼ੇ ਕਰ ਲੈਂਦੇ ਹਨ, ਸ਼ਰਾਬ ਪੀ ਲੈਂਦੇ ਹਨ, ਜਾਂ ਕਈ ਪ੍ਰਕਾਰ ਦੇ ਅੱਜ ਕੱਲ੍ਹ ਜੋ ਨਸ਼ੇ ਚੱਲੇ ਹਨ, ਉਹਨਾਂ ਦਾ ਸੇਵਨ ਕਰਕੇ ਉਹ ਸੁੱਖ ਲੱਭਣਾ ਚਾਹੁੰਦਾ ਹੈ, ਆਨੰਦ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ। ਉਸ ਨੂੰ ਇਹ ਨਹੀਂ ਪਤਾ ਕਿ ਇਹ ਨਸ਼ੇ ਦੇ ਨਾਲ ਸੁੱਖ ਦੀ ਪ੍ਰਾਪਤੀ ਤੇ ਕੀ, ਤੇਰੀ ਸਿਹਤ ਵੀ ਖਰਾਬ ਹੋ ਜਾਵੇਗੀ, ਤੂੰ ਆਪਣਾ ਦਿਹਾੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਵੀ ਨਹੀਂ ਚਲਾ ਸਕਦਾ, ਤੂੰ ਆਨੰਦ ਦੀ ਗੱਲ ਕਰਦਾ ਹੈ। ਉਹ ਰਾਤ ਨੂੰ ਪੀਂਦਾ, ਸਵੇਰੇ ਉਹਦਾ ਨਸ਼ਾ ਉਤਰ ਜਾਂਦਾ, ਸੋਚਦਾ ਉਹ ਮੈਂ ਤੇ ਸਾਰੀ ਦਿਹਾੜੀ ਏਦਾਂ ਹੀ ਗਵਾ ਦਿੱਤੀ, ਘਰਦਿਆਂ ਨੂੰ ਗਾਲਾਂ ਕੱਢੀਆਂ, ਦੂਸਰਿਆਂ ਨੂੰ ਕੱਢੀਆਂ, ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ, ਕਿਸੇ ਨੇ ਰਸਤੇ 'ਚੋਂ ਚੁੱਕ ਕੇ ਉਹਨੂੰ ਲਿਆਂਦਾ ਤੇ ਸਵੇਰੇ ਨਸ਼ਾ ਉਤਰ ਗਿਆ ਤੇ ਉਹਨੂੰ ਸਮਝ ਆ ਗਈ। ਕਿਉਂਕਿ ਇਹ ਜੋ ਨਸ਼ਾ ਹੈ ਉਹ ਹਮੇਸ਼ਾ ਰਹਿਣ ਵਾਲਾ ਨਹੀਂ ਤੇ ਨਾ ਹੀ ਇਸ ਨਾਲ ਸੁੱਖ ਮਿਲ ਜਾਂਦਾ ਹੈ। ਕਿਉਂਕਿ ਬਾਣੀ ਵਿੱਚ ਆਇਆ ਹੈ, ਪਾਂਗਤ ਤੂਰਾ ਸੁਰਾ ਪਾਨ ਉਤਰ ਜਾਏ ਪਰਵਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। हे ਜੀਵ, ਇਹ ਜਿੰਨੇ ਵੀ ਤੂੰ ਨਸ਼ੇ ਕਰਨਾ ਹੈ, ਰਾਤ ਨੂੰ ਕਰੇਂਗਾ ਸਵੇਰੇ ਉਤਰ ਜਾਵੇਗਾ। ਔਰ ਦੂਸਰਾ, ਇਹਦੇ ਨਾਲ ਕਦੀ ਵੀ ਤੈਨੂੰ ਸੁੱਖ ਦੀ, ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਤੂੰ ਸੁੱਖ ਪਾਣਾ ਹੈ ਤੇ ਕਿਹਦੇ ਨਾਲ? ਉਸ ਮਾਲਿਕ ਦੇ ਨਾਮ ਨਾਲ ਜੁੜ ਜਾ। ਜਦੋਂ ਤੂੰ ਉਸ ਮਾਲਿਕ ਦੇ ਨਾਮ ਨਾਲ ਜੁੜ ਜਾਵੇਗਾ, ਤੈਨੂੰ ਪਰਮਾ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ, ਸਾਰੇ ਸੁੱਖ ਤੈਨੂੰ ਮਿਲ ਜਾਣਗੇ।
नानक दुखिया सब संसार, सो सुखिया जो नाम आधार। इस संसार दुखों की खान है। जेकर असी संसार दी चीज़ां इकट्ठियां करते रवांगे, असी सोचांगे संसार ही सारा कुछ है, ये भुल जाते हैं कि संसार नाशवान है। संसार विच जो भी सानू दिखाई देंदा है नष्ट होने वाला है, चाहे वो कितनी भी महंगी चीज़ क्यों ना होवे। साडा शरीर भी नाशवान होने वाला है। फिर असी क्यों इन्हां संसार दी चीज़ां विच फस के उलझे रहिंदे हां। हाँ ठीक है, संसार विच रह के असी घर गुजारा चलाना है, काम कार करने हैं, लेकिन उस विच उलझ जाना और उस विच उलझ के पूरे जीवन नू खत्म कर लेना, ये कोई जिंदगी नहीं है। नानक दुखिया सब संसार, सो सुखिया जो नाम आधार। सुखी कौन है? आनंद किसनू मिलता है? जेड़ा उस मालिक दे नाम नाल जुड़ जाता है। इसी सच्चे सुखां दे सागर दी गल करते हुए गुरु जी कहते हैं कि हे जीव, तैनू सुखां दा सागर किमें मिलेगा? तैनू सुखां दा इह समुंदर तां ही मिल सकता है जदों तू उस मालिक दे नाम नाल जुड़ेगा। महाराज जी सारी सुखां दी उदाहरण देंदे हन, कहते हैं सुख सागर सुरतर। सुरतर किनू कहते हैं? अजिहा स्वर्ग दा वृक्ष जेड़ा साडे हिंदू धर्म ग्रंथां विच लिखिया होया है कि ऐसा वृक्ष है जिस दे नीचे बैठ के जो भी तुसी मनोकामना कहोगे वो पूरी हो जाती है। ग्रंथां विच इस तरह आया। उन्होंने कहते ने सुरतर। चिंतामणि, इस तरह की मनी जिसनू पा के सारिया चिंतावां खत्म हो जांदियां हन। काम तेन, एक काम तेनू गां है जिहड़ी स्वर्ग विच रहिंदी है, और उस काम तेनू गां नू पाके तुसी हर चीज़ अपनी पूरी करवा सकते हो। हिंदू धर्म ग्रंथां विच इस तरह दी चीज़ां आईयां हन। इसे नाल नाल चार पदार्थ धर्म, अर्थ, काम, मोक्ष, जिहदे विच सारे सुख छिपे हुए हैं। अष्ट दशा निध, 18 सिद्धियां रिद्धियां, नव निधि 9 निधियां, ये सारे जिन्ने भी सुख हैं दुनिया के जिन्ने भी सुख हैं ये जीव तैनू मिल सकते हैं। लेकिन किस तरह? नवनिधि कर तल ताके, ये सारे सुख उस मालिक दियां हत्थां दियां तलियां विच हैं, इस संसारी पदार्थां विच नहीं हैं। जे तू जीव इन्हां सुखां नू पाना चाहना है तो उस मालिक दे नाम नाल जुड़, उसका सिमरन कर। ये भौतिक पदार्थां विचों तैनू किसी प्रकार का सुख नहीं मिलने वाला। सुख ते आनंद विच फर्क रहिंदा है। जदों असी संसारी वस्तुओं नू इकट्ठे कर लेने हाँ, जां साडा कोई बेटा बेटी नौकरी लग जाता है, जां असी कोई नेता बन जाते हाँ, तो थोड़ी देर लिए सानू चंगा लगता है, खुशी मिलती है, उन्होंने कहते ने सुख। लेकिन जेड़ा आत्मा नू आनंद मिलता है, जिस दे नाल असी उस मालिक नाल अपेद हो सकते हाँ, वो आनंद अदों तक नहीं मिलता जदों तक असी मालिक दे नाम दा शुकराना नहीं करते, उसका भजन कीर्तन नहीं करते, उसनू अंदरों नहीं ध्यानते। जदों अंदरों ध्यान देंदे हाँ तो सानू अजिहा सुख मिल जाता है जो कदी भी उतरदा नहीं है, उसका नशा फिर कदी उतरदा नहीं है। सतगुरु रविदास महाराज जी कहते हैं कि हे जीव उन्हां सुखां दे सागर नू पा। और आ तैनूं मैं दसां कि वो सुखां दा सागर जिहदे विच सारियां निधियां, खजाने, धर्म, अर्थ, मोक्ष सारी तरह के सुख मिलते हैं, उन्हां सुखां दी प्राप्ति किस नाम दे नाल मिलती है, केड़ी भक्ति करेगा ते तेनू उस मालिक दे सुखां दा सागर मिल जावेगा। शब्द दियां अगलियां पंक्तियां विच फरमांदे हन,
ਹਰ 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 ਨਾ ਜਪਹਿ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ। ਹਰ 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 ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ। ਗੁਰੂ ਜੀ ਜੀਵ ਨੂੰ ਕਹਿੰਦੇ ਹਨ ਕਿ ਹੇ ਜੀਵ, ਜੇ ਤੂੰ ਉਸ ਸੁੱਖਾਂ ਦੇ ਸਾਗਰ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਜਿਸ ਵਿੱਚ ਸਾਰੀਆਂ ਨਿਧੀਆਂ ਹਨ, ਸਾਰੇ ਖਜ਼ਾਨੇ ਹਨ, ਸਾਰੀਆਂ ਰਿੱਧੀਆਂ ਸਿੱਧੀਆਂ ਹਨ, ਸਾਰੀ ਤਰ੍ਹਾਂ ਦੇ ਸਵਰਗ ਦੇ ਸੁੱਖ ਹਨ, ਤੇ ਆ ਉਸ ਮਾਲਿਕ ਦੇ ਨਾਮ ਨਾਲ ਜੁੜ। ਕਿਹੜਾ ਨਾਮ? ਹਰ 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 ਨਾ ਜਪਹਿ ਰਸਨਾ। हे जीव, अपनी रसना दे नाल, अपनी जीवा दे नाल उस मालिक दे नाम नूं त्याग, उस मालिक दे नाम दा जाप कर। गुरु प्यारी साध संगत जी, दो तरह दा नाम हुंदा है। ਜਿਹੜਾ ਅਸੀਂ ਜਿਸ ਤਰ੍ਹਾਂ ਸਤਸੰਗ ਵਿੱਚ ਬੈਠੇ ਹਾਂ, ਉਸ ਤੋਂ ਪਹਿਲਾਂ ਭਜਨ ਕੀਰਤਨ ਕੀਤਾ, ਗੁਰੂ ਜੀ ਦੀ ਮਹਿਮਾ ਗਾਈ, ਉਸ ਮਾਲਿਕ ਦੇ ਨਾਮ ਨੂੰ ਜੋਰ ਜੋਰ ਨਾਲ ਪੁਕਾਰਿਆ ਆਪਣੀ ਜੀਵ ਦੇ ਨਾਲ, ਉਸ ਨੂੰ ਕਹਿੰਦੇ ਨੇ ਵਰਨਾਤਮਕ ਨਾਮ, ਜਿਸ ਦਾ ਅਸੀਂ ਵਰਣਨ ਕਰਦੇ ਹਾਂ, ਜਿਸ ਦੀ ਅਸੀਂ ਮਹਿਮਾ ਗਾਉਂਦੇ ਹਾਂ। ਔਰ ਦੂਸਰਾ ਹੁੰਦਾ ਹੈ ਤੁਨਾਤਮਕ ਨਾਮ, ਤੁਨੀ, ਉਹ ਜਿਹੜੀ ਸਾਡੇ ਅੰਦਰ ਵੱਜਦੀ ਜਾਂਦੀ ਹੈ, ਨਾਦ ਹੁੰਦਾ ਰਹਿੰਦਾ ਹੈ 24 ਘੰਟੇ, ਉਹ ਚੱਲਦਾ ਰਹਿੰਦਾ ਹੈ। ਗੁਰੂ ਜੀ ਕਹਿੰਦੇ ਹਨ, हे ਜੀਵ, ਸਾਨੂੰ ਉਹ ਤੁਨਾਤਮਕ ਨਾਮ ਦੀ ਪਹਿਚਾਨ ਕਰਨੀ ਪਵੇਗੀ ਜਿਹੜਾ ਸਾਡੇ ਅੰਦਰ ਹਮੇਸ਼ਾ ਚੱਲਦਾ ਜਾ ਰਿਹਾ ਹੈ। ਲੇਕਿਨ ਇਹ ਕਿਵੇਂ ਹੋਵੇਗਾ? ਜਦੋਂ ਅਸੀਂ ਵਰਨਾਤਮਕ ਨਾਮ ਲਵਾਂਗੇ, ਅਸੀਂ ਸਤਸੰਗਾਂ ਵਿੱਚ ਜਾਵਾਂਗੇ, ਸਾਡੇ ਅੰਦਰੋਂ ਉਸ ਧੁਨੀ ਦੀ ਜਿਹੜੀ ਆਵਾਜ਼ ਹੈ ਉਹ ਤਾਂ ਹੀ ਸੁਣਾਈ ਦੇਵੇਗੀ, ਕਿਉਂਕਿ ਜਿਹੜਾ ਤੁਨਾਤਮਕ ਨਾਮ ਹੈ ਸਭ ਦੇ ਅੰਦਰ ਚੱਲ ਰਿਹਾ ਹੈ, ਸਾਰਿਆਂ ਦੇ ਅੰਦਰ ਹੋ ਰਿਹਾ ਹੈ। ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਜੀਵ ਹੈ, ਉਹ ਮਾਲਿਕ ਦਾ ਜਿਹੜਾ ਨਾਮ ਹੈ ਉਹ ਚੱਲਦਾ ਜਾ ਰਿਹਾ ਹੈ, ਚੱਲਦਾ ਜਾ ਰਿਹਾ ਹੈ। ਲੇਕਿਨ ਸੁਣਦਾ ਕਿਹਨੂੰ ਹੈ? ਜੋ ਉਸ ਮਾਲਿਕ ਦੇ ਨਾਮ ਦੇ ਜੀਵ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਉਹ ਮਾਲਿਕ ਦਾ ਨਾਮ ਵਸਿਆ ਹੁੰਦਾ ਹੈ। ਜਦੋਂ ਮਾਲਿਕ ਦੇ ਨਾਮ ਵਸ ਜਾਂਦਾ ਹੈ ਤੇ ਫਿਰ ਉਸ ਨੂੰ ਗਾਣ ਦੀ ਜ਼ਰੂਰਤ ਨਹੀਂ ਰਹਿੰਦੀ, ਫਿਰ ਉਸ ਨੂੰ ਬੋਲਣ ਦੀ ਜ਼ਰੂਰਤ ਨਹੀਂ ਰਹਿੰਦੀ। ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ, ਨੌ ਦਾ ਠਾਕੇ ਧਾਰਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਬਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਨਾਵਨਿਆ। हे ਜੀਵ, ਜਦੋਂ ਅਸੀਂ ਮਾਲਿਕ ਦੇ ਨਾਮ ਦਾ ਵਰਣਨ ਕਰਾਂਗੇ, ਉਸ ਦੀ ਮਹਿਮਾ ਗਾਵਾਂਗੇ, ਹੌਲੀ ਹੌਲੀ ਸਾਡੇ ਅੰਦਰ ਜਿਹੜੀ ਧੁਨੀ ਚੱਲ ਰਹੀ ਹੈ ਉਸ ਮਾਲਿਕ ਦੇ ਨਾਮ ਦੀ, ਉਸ ਧੁਨੀ ਨੂੰ ਅਸੀਂ ਪਹਿਚਾਨ ਲਵਾਂਗੇ। ਫਿਰ ਸਾਨੂੰ ਜੀਵ ਦੇ ਨਾਲ ਬੋਲਣ ਦੀ ਜ਼ਰੂਰਤ ਨਹੀਂ ਪਵੇਗੀ, ਕੰਨਾਂ ਨਾਲ ਉਸ ਨੂੰ ਸੁਣਨ ਦੀ ਜ਼ਰੂਰਤ ਨਹੀਂ ਪਵੇਗੀ, ਅੱਖਾਂ ਨਾਲ ਉਸ ਨੂੰ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਬਾਹਰੀ ਅੱਖਾਂ ਉਸ ਨੂੰ ਨਹੀਂ ਦੇਖ ਪਾਣਗੀਆਂ। ਅਸੀਂ ਸੁਰਤ ਦੇ ਨਾਲ ਉਸ ਅੰਦਰੋਂ ਧਿਆਨ ਲਗਾਵਾਂਗੇ। ਜਦੋਂ ਅਸੀਂ ਅੰਦਰ ਧਿਆਨ ਲਗਾਵਾਂਗੇ ਤੇ ਉਹ ਮਾਲਿਕ ਦਾ ਨਾਮ ਆਪਣੇ ਆਪ ਹੀ ਜਪਦਾ ਜਾਏਗਾ। ਉਸ ਹਰੀ ਦੇ ਨਾਮ ਨੂੰ ਤੂੰ ਧਿਆਨਾ ਹੈ। ਜਦੋਂ ਅਸੀਂ ਉਸ ਹਰੀ ਦੇ ਨਾਮ ਦੀ ਤੁਨਾਤਮਕ ਨਾਦ ਨੂੰ ਸੁਣਾਂਗੇ, ਉਹ ਸੁਣ ਕੇ ਜੋ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਮਹਾਰਾਜ ਜੀ ਕਹਿੰਦੇ ਹਨ ਕਿ ਉਸ ਨਾਮ ਨੂੰ ਤਿਆਗ ਕੇ ਤੂੰ ਸੁੱਖਾਂ ਦਾ ਸਾਗਰ ਪਾ ਸਕਦਾ ਹੈ। ਉਹ ਧੁਨੀ ਨੂੰ ਸੁਣਨਾ ਹੋਵੇਗਾ। ਉਹ ਧੁਨੀ ਨੂੰ ਸੁਣ ਕੇ ਜਦੋਂ ਅਸੀਂ 10ਵੇਂ ਦਵਾਰ ਵਿੱਚ ਪਹੁੰਚ ਜਾਂਦੇ ਹਾਂ, 10ਵਾਂ ਦਵਾਰ ਕਿਹਨੂੰ ਕਹਿੰਦੇ ਆ? ਪਰਵੱਟਿਆਂ ਦੇ ਵਿਚਕਾਰ ਜਿਹੜੀ ਜਗ੍ਹਾ ਹੈ, ਇਹਨਾਂ ਪਰਵੱਟਿਆਂ ਦੇ ਵਿਚਕਾਰ ਜਦੋਂ ਅਸੀਂ ਸੁਰਤ ਨੂੰ ਤਿਆਗ ਕੇ ਨਾਮ ਦਾ ਸਿਮਰਨ ਕਰਕੇ ਸਾਰੇ ਪਿੰਡ ਵਿੱਚੋਂ ਸਿਮਟ ਕੇ ਸੁਰਤ ਤੇ ਸ਼ਬਦ ਦਾ ਮੇਲ ਹੋ ਜਾਂਦਾ ਹੈ, ਪਰਵੱਟਿਆਂ ਦੇ ਵਿਚਕਾਰ ਇੱਕ ਨੂਰੀ ਜੋਤ ਦਿਖਾਈ ਦਿੰਦੀ ਹੈ। ਉਹ ਨੂਰੀ ਪ੍ਰਕਾਸ਼ ਜੋ ਹੈ ਸਾਨੂੰ ਸਹਿਜ ਅਵਸਥਾ ਵਿੱਚ ਲੈ ਜਾਂਦਾ ਹੈ।
उस सहज अवस्था विच पहुँच के असी उस मालिक दे दर्शन एक ज्योति दे रूप विच करते हाँ। उस नूं दसवां द्वार कहते हैं, तीसरा नेत्र कहते हैं। इसे करके कहते हैं फलाने दा तीसरा नेत्र खुलिया होया है। वो नेत्र अंदर है, दो नेत्र साडे बाहर हन। अखां साडियां बाहर जिहड़ियां दिखाई दे रही हन, इन्हां अखां दे नाल ओ मालिक दे नूरी स्वरूप नूं नहीं देखा जा सकता। उस नूं देखण वास्ते सानू अंदर दी अख खोलनी पवेगी, अपने अंदरों नाद सुनना पवेगा, अनहद नाद, जिसनूं सुनन वास्ते सानू सतगुरु दे चरनां विच जाना पवेगा। जदों असीं उन्हां दे चरनां विच जाके प्रभु दे नाम दी दात लवांगे, अमुल्ले नाम दी दात दा सिमरन करांगे, सत्संग सुनांगे, ते हौली हौली फिर असीं 10वें द्वार विच पहुंच सकते हाँ। ते उत्थे पहुंच के सानू सुखां दे सागर दी प्राप्ति हो जाएगी। गुरु प्यारी सा संगत जी, इन्हां सुखां दे सागर दी प्राप्ति दी ही गल करते हुए गुरु जी अगे फरमाउंदे हन, नाना ख्यान पुराण वेद वेद 34 अखर माहे, व्यास विचार कहो परमारथ, राम नाम सर नाही, नाना ज्ञान पुराण वेद वेद 34 अखर माहे, व्यास विचार के परमारथ, राम नाम सर नाहे। गुरु जी शब्द दियां इन्हां पंक्तियां विच उन्हां सारे कर्म कांडां दा खंडन करदे हन जेड़े साडे धर्म ग्रंथां विच, वेदां विच, पुराणां विच लिखे हुए हन। गुरु जी कहते हैं, नाना ख्यान पुराण वेद विद 34 अखर माहे। जिन्ने भी पुराणा ते वेदां दे विच कर्म कांड लिखे हुए हन, उस सारे कर्म कांडां नूं 34 अखरी लिपि विच लिखा गया है। और तुसी जानते हो कि जन्म तो पहला ते मरण तक, मरण तो बाद भी कह सकते हो, इन्हां कर्म कांडां नूं कीता जांदा है। सतगुर रविदास महाराज जी पहले संत होए, श्रोमणी संत, समाज सुधारक, जिन्हां ने यह कह दिता कि किसी प्रकार दे कर्म कांड करन दी जरूरत नहीं है। हे जीव, तू केवल उस मालिक दे नाम नूं तन मन नाल अर्प के उस मालिक नाल मिल सकता है। पहली बार सतगुर रविदास महाराज जी ने समाज दे उन्हां सारे कर्म कांडां नूं, पूजा समग्रियां दा खंडन कर दिता। किसी व्रत की जरूरत नहीं, किसी कर्म कांड की जरूरत नहीं। केवल ते केवल कलयुग विच उस मालिक दे नाम दा आधार बना के जदों उस मालिक दी बंदगी करेगा जीव, ते तेरा कल्याण हो जाएगा। बहुत वड्डी गल है। आज तो लगभग 640 साल पहला धर्म दे उन्हां ठेकेदारां दे विच ठोक बजा के कहने जेड़े किसे दी गल सुनन लई तैयार नहीं सी, और विशेष करके उस जाति दे लोकां द्वारा जिस जाति विच गुरु जी ने जन्म लिया, चमार जाति विच, उसनूं नीवां समझिया जांदा सी। उन्हां नूं सामने नहीं सी आन देंदे, उन्हां नूं अपने सामने उलंघन नहीं सी देंदे। ते उस वेले सतगुर रविदास महाराज जी ने जदों यह कह दिता कि 34 अखरां विच लिखे जिन्ने भी कर्म कांड हन, ये सारियां नाल तेरा कल्याण जीव नहीं हो सकता। व्यास विचार कियो परमारथ, राम नाम सरनाही। उस प्रभु दी महिमा नूं 34 अक्षरां विच नहीं लिखा जा सकता। उसकी महिमा अकथ है।
ਕਿਸੇ ਵੀ ਕਰਮ ਕਾਂਡ ਨਾਲ, ਕਿਸੇ ਵੀ ਦੇਵੀ ਦੇਵਤੇ ਨਾਲ ਉਸ ਅਜਰ ਅਮਰ ਪ੍ਰਭੂ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ। ਉਹ ਮਾਲਿਕ ਇੱਕ ਹੈ ਔਰ ਸਭ ਵਿੱਚ ਸਮਾਇਆ ਹੋਇਆ ਹੈ। ਕੋਈ ਦੇਵੀ ਦੇਵਤਾ ਉਸ ਦੇ ਬਰਾਬਰ ਨਹੀਂ ਹੈ ਔਰ ਨਾ ਹੀ ਉਸ ਮਾਲਿਕ ਨੂੰ ਤੁਸੀਂ ਬਾਹਰੋਂ ਲੱਭ ਸਕਦੇ ਹੋ। ਉਹ ਕਿਸੇ ਬੰਦਰਾਂ ਮਸਜਿਦਾਂ ਚੋਂ ਜਾਂ ਜੰਗਲਾਂ ਵਿੱਚੋਂ ਨਹੀਂ ਲੱਭਦਾ ਹੈ, ਉਹ ਲੱਭਦਾ ਤੇ ਕੇਵਲ ਆਪਣੇ ਅੰਦਰੋਂ। ਤੇ ਉਸ ਦੀ ਮਹਿਮਾ ਨੂੰ 34 ਅੱਖਰਾਂ ਵਿੱਚ ਲਿਖਣਾ ਬਹੁਤ ਮੁਸ਼ਕਿਲ ਕੀ ਅਸੰਭਵ ਹੈ। ਰਾਮ ਨਾਮ ਸਰ ਨਾਹੀ, हे ਜੀਵ ਤੂੰ ਉਸ ਮਾਲਿਕ ਦਾ ਰਾਮ ਨਾਮ, ਪ੍ਰਭੂ ਦੇ ਨਾਮ ਦਾ ਸਿਮਰਨ ਕਰ। ਇਹਨਾਂ ਕਰਮ ਕਾਂਡਾਂ ਨੂੰ ਭੁੱਲ ਜਾ, ਤਾਂ ਹੀ ਤੈਨੂੰ ਸੁੱਖਾਂ ਦੇ ਸਾਗਰ ਦੀ ਪ੍ਰਾਪਤੀ ਹੋ ਸਕਦੀ ਹੈ। ਬਿਆਸ ਜੀ ਨੇ ਸਾਰੇ ਕਰਮ ਕਾਂਡ ਬਣਾਏ ਹੋਏ ਹਨ। ਬੱਚੇ ਦੇ ਜਨਮ, ਮੁੰਨਨ, ਵਿਆਸ, ਹਰ ਤਰ੍ਹਾਂ ਦੇ। ਅਸੀਂ ਪਹਿਲਾਂ ਕਰਮ ਕਾਂਡਾਂ ਵਿੱਚ ਫਸੇ ਹੋਏ ਸਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਇਸ ਮਿਸ਼ਨ ਨੂੰ ਚਲਾਉਣ ਵਾਲੇ ਸੰਤਾਂ ਨੇ ਕਿਰਪਾ ਕੀਤੀ, ਸਾਨੂੰ ਗਿਆਨ ਦਿੱਤਾ ਕਿ हे ਜੀਵ ਤੂੰ ਅਜੇ ਵੀ ਇਹਨਾਂ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ। ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਉਹਨਾਂ ਨੇ ਜੋੜਿਆ ਸਾਨੂੰ ਤੇ ਇਸ ਅਗਿਆਨਤਾ ਦੀ ਨੀਂਦ ਵਿੱਚੋਂ ਬਾਹਰ ਕੱਢਿਆ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਪੁਖਾਰੀ, ਅਸਤ ਰਾਤ ਰਾਜ ਬਿਸਰਤ ਸੁਖ ਪਾਇਆ। ਸੋ ਸਾਡੀ ਹਾਲਤ ਬਣੀ ਹੋਈ ਹੈ। ਭਿਖਾਰੀ ਰਾਜਾ ਜਿਹੜਾ ਸੁੱਤਾ ਹੋਇਆ ਹੈ ਔਰ ਸੁੱਤੇ ਉੱਤੇ ਉਹ ਭਿਖਾਰੀ ਬਣ ਜਾਂਦਾ ਹੈ। ਸਿੰਘਾਸਨ ਵਿੱਚ ਉਸ ਨੂੰ ਨੀਂਦ ਆ ਜਾਂਦੀ ਹੈ, ਸਿੰਘਾਸਨ ਤੇ ਬੈਠਾ ਹੈ, ਆਲੇ ਦੁਆਲੇ ਨੌਕਰ ਚਾਕਰ ਪੱਖਾ ਚੱਲ ਰਹੇ ਹਨ, ਸੇਵਾ ਕਰ ਰਹੇ ਹਨ, ਨੀਂਦ ਆ ਗਈ, ਸੋ ਗਿਆ। ਰਾਜਾ ਸੀ ਪਰੀ ਸਭਾ ਵਿੱਚ ਬੈਠਾ ਹੈ, ਸੁਖ ਦੀ ਪ੍ਰਾਪਤੀ ਕਰਕੇ ਉਸ ਨੂੰ ਗਹਿਰੀ ਨੀਂਦ ਵੀ ਆ ਗਈ, ਜਦ ਕਿ ਉਸ ਨੂੰ ਸੋਣਾ ਨਹੀਂ ਸੀ ਚਾਹੀਦਾ, ਸੋ ਗਿਆ। ਗਹਿਰੀ ਨੀਂਦ ਵਿੱਚ ਸੁੱਤਾ ਕੀ ਦੇਖਦਾ, ਉਹ ਭਿਖਾਰੀ ਬਣ ਜਾਂਦਾ ਹੈ। ਔਰ ਜਦੋਂ ਭਿਖਾਰੀ ਬਣ ਜਾਂਦਾ ਹੈ, ਜਗ੍ਹਾ ਜਗ੍ਹਾ ਭੀਖ ਮੰਗਦਾ ਹੈ, ਲੋਕੀ ਉਸ ਨੂੰ ਦਰਕਾਰਦੇ ਹਨ, ਕੁਝ ਨਹੀਂ ਮਿਲਣਾ ਤੈਨੂੰ, ਤੂੰ ਕਮਾ ਸਕਦਾ ਹੈ, ਕਿਉਂ ਭੀਖ ਮੰਗ ਰਿਹਾ ਹੈ, ਕਈ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਹਨ। ਲੇਕਿਨ ਉਹ ਰਾਜਾ ਭਿਖਾਰੀ ਕਦੋਂ ਤੱਕ ਹੈ, ਜਦੋਂ ਤੱਕ ਉਸ ਨੂੰ ਕੋਈ ਜਗਾਉਂਦਾ ਨਹੀਂ। ਸਾਡੀ ਵੀ ਹਾਲਤ ਉਸ ਤਰ੍ਹਾਂ ਹੀ ਹੋਈ ਪਈ ਹੈ। ਜਦੋਂ ਅਸੀਂ ਕਾਮਲ ਮੁਰਸ਼ਦ ਦੇ ਚਰਨਾਂ ਵਿੱਚ ਜਾ ਕੇ ਉਹਨਾਂ ਤੋਂ ਨਾਮ ਦੀ ਦਾਤ ਲੈ ਲੈਂਦੇ ਹਾਂ ਔਰ ਉਸ ਨਾਮ ਦਾ ਅਭਿਆਸ ਕਰਕੇ 10ਵੇਂ ਦੁਆਰ ਵਿੱਚ ਪਹੁੰਚ ਜਾਂਦੇ ਹਾਂ ਤੇ ਅਸੀਂ ਰਾਜੇ ਦੇ ਰਾਜੇ ਹਾਂ। ਉਸ ਮਾਲਿਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਹੈ। ਇਹ ਮਨੁੱਖ ਨੂੰ ਉਸ ਮਾਲਿਕ ਨੇ ਇੰਨੀ ਸੋਚ ਦਿੱਤੀ, ਸਾਰੇ ਜੀਵਾਂ ਦਾ ਸਰਦਾਰ ਬਣਾ ਕੇ ਭੇਜਿਆ ਹੋਇਆ ਹੈ। लेकिन होया कि असी मूर्ख बन बैठे हाँ, असी पुल बैठे हाँ, असी की हाँ। उस पुलन दे कारण असी कंगाल बन हुए हैं। सानू पता ही नहीं मालिक ने साडे ते किन्नियां बख्शिशां कीतियां होईयां हन, किन्नियां किरपा कीतियां होईयां हन। एडना वड्डा दिमाग दिता है, सोच दिती है, असी सारे जीवां दी देखभाल करन दी जिम्मेदारी दिती है। ते जदों असी खुद ही विकारां विच पै जांदे हां जां गल गल च उस मालिक नूं दोषी करार देंदे हां ते साडा कल्याण कदे भी नहीं हो सकदा। असी उस मालिक दी दित्तियां बख्शिशां नूं जानना है, उस मनुखी जीवन दी जेड़ा मुल है उसनूं समझना है। भीखा भूखा को नहीं, सबकी गठड़ी लाल, गहरा खोल नहीं देखते ताही पे कंगाल। असी देखते नहीं साडे कोल है की है।
ਉਸ ਸੋਚ ਦਾ ਜਦੋਂ ਅਸੀਂ ਸਹੀ ਅੰਦਾਜ਼ਾ ਲਗਾਵਾਂਗੇ, ਉਸ ਦਾ ਪ੍ਰਯੋਗ ਕਰਕੇ ਮਾਲਿਕ ਦੇ ਚਰਨਾਂ ਦੇ ਨਾਲ ਜੁੜ ਜਾਵਾਂਗੇ ਤੇ ਸਾਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ। ਕਿਹੜੀ ਸਹਿਜ ਅਵਸਥਾ? ਜਿਸ ਦੀ ਮਹਾਰਾਜ ਜੀ ਗੱਲ ਕਰਦੇ ਹਨ। सहज समाध उपाध रहत पुन बड़े भाग लिव लागी कह रविदास परगास हृदय धर जन्म मरण पै भागी सहज सुमाद उपाद रहत पुन बड़े भाग लिव लागी कह रविदास परगास हृदय धर जन्म मरण पै भागी। ਗੁਰੂ ਜੀ ਸ਼ਬਦ ਦੇ ਸ਼ੁਰੂ ਵਿੱਚ ਕਹਿੰਦੇ ਹਨ ਕਿ ਹੇ ਜੀਵ, ਤੈਨੂੰ ਸੁੱਖਾਂ ਦਾ ਸਾਗਰ ਮਿਲ ਜਾਵੇਗਾ। ਸੁੱਖਾਂ ਦਾ ਸਾਗਰ ਕਿਵੇਂ ਮਿਲ ਜਾਵੇਗਾ? ਹਰ ਦਾ ਨਾਮ ਤਿਆਗ ਕੇ, ਉਸ ਮਾਲਿਕ ਦੇ ਤੁਨਾਤਮਕ ਨਾਮ ਨਾਲ ਜੁੜ ਕੇ ਜਦੋਂ ਤੂੰ ਆਪਣੀ ਧੁਨੀ ਨੂੰ ਪਹਿਚਾਨ ਜਾਵੇਂਗਾ ਤੇ ਤੈਨੂੰ ਸੁੱਖਾਂ ਦੇ ਸਾਗਰ ਦੀ ਪ੍ਰਾਪਤੀ ਹੋ ਜਾਵੇਗੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਤੂੰ ਕਰਮ ਕਾਂਡਾਂ ਨੂੰ ਛੱਡ ਦੇ। ਜਦੋਂ ਤੂੰ ਕਰਮ ਕਾਂਡਾਂ ਨੂੰ ਛੱਡ ਕੇ ਉਸ ਮਾਲਿਕ ਦੇ ਨਾਮ ਨਾਲ ਸੱਚੇ ਮਨ ਨਾਲ ਜੁੜ ਜਾਵੇਂਗਾ, ਤੇਰਾ ਧਿਆਨ ਉਸ ਮਾਲਿਕ ਦੇ ਨਾਲ ਲੱਗ ਜਾਵੇਗਾ ਤੇ ਤੈਨੂੰ ਅਜਿਹੀ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਨੂੰ ਸਹਿਜ ਅਵਸਥਾ ਕਹਿੰਦੇ ਹਨ। ਸਹਿਜ ਅਵਸਥਾ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਬੈਠ ਕੇ, ਜਿਸ ਵਿੱਚ ਪਹੁੰਚ ਕੇ ਅਸੀਂ ਸਾਰੇ ਤਰ੍ਹਾਂ ਦੇ ਸੰਸਾਰੀ ਲੋਭ ਮੋਹ ਕਰਮ ਕਾਂਡਾਂ ਨੂੰ ਭੁੱਲ ਕੇ ਸੱਚੇ ਆਨੰਦ ਦੀ ਪ੍ਰਾਪਤੀ ਕਰਦੇ ਹਾਂ। ਜਦੋਂ ਜੀਵ ਸਹਿਜ ਅਵਸਥਾ ਵਿੱਚ ਬੈਠ ਜਾਂਦਾ ਹੈ, ਉਸ ਨੂੰ ਕੋਈ ਆਪਣਾ ਪਰਾਇਆ ਦੁੱਖ ਸੁੱਖ ਕਿਸੇ ਦਾ ਧਿਆਨ ਨਹੀਂ ਰਹਿੰਦਾ। ਇਹ ਬਾਹਰੀ ਸੰਸਾਰੀ ਜੋ ਸ਼ੋਰ ਹਨ ਉਸ ਨੂੰ ਸੁਣਾਈ ਨਹੀਂ ਦਿੰਦੇ। ਬਾਹਰੀ ਚੱਕਾ ਚੌਂਧ ਕਰਨ ਵਾਲੇ ਰੰਗ ਬਰੰਗੀਆਂ ਚੀਜ਼ਾਂ ਉਸ ਨੂੰ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਹਿਜ ਸਮਾਧ ਉਪਾਦ ਰਹਿਤ ਫੁਨ, ਇਹ ਅਜਿਹੀ ਅਵਸਥਾ ਹੈ ਜਿੱਥੇ ਸਾਰੀ ਤਰ੍ਹਾਂ ਦੀਆਂ ਉਪਾਧੀਆਂ ਖਤਮ ਹੋ ਜਾਂਦੀਆਂ ਹਨ। ਉਪਾਧੀਆਂ ਤੋਂ ਭਾਵ ਹੈ ਅਸੀਂ ਸਵਾਰਥ ਦੀ ਜ਼ਿੰਦਗੀ ਨੂੰ ਛੱਡ ਦਿੰਦੇ ਹਾਂ। ਉਪਾਧੀਆਂ ਛੱਡਣ ਦਾ ਮਤਲਬ ਕਿਸੇ ਪ੍ਰਕਾਰ ਦੇ ਸਵਾਰਥ ਨਾਲ ਕੰਮ ਨਹੀਂ ਕਰਨਾ। ਅਸੀਂ ਕਈ ਵਾਰੀ ਮੰਦਿਰ ਜਾਂਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਤੇ ਵੀ ਬੈਠਦੇ ਹਾਂ, ਲੇਕਿਨ ਨਾਲ ਹੀ ਕੋਈ ਨਾ ਕੋਈ ਡਿਮਾਂਡ ਰੱਖ ਦਿੰਦੇ ਹਾਂ। ਮੈਂ ਤੇ ਰੋਜ਼ ਹੀ ਗੁਰੂ ਘਰ ਜਾਂਦਾ ਹਾਂ, ਜਾਂਦੀ ਹਾਂ, ਲੇਕਿਨ ਮੇਰੀ ਉਹ ਮਨਸਾ ਪੂਰੀ ਨਹੀਂ ਹੋਈ, ਮੈਂ ਕੀ ਕਰਨ ਜਾਣਾ। सत्संग सुन के बाहर निकले, एक्सीडेंट हो गया, थोड़ी जी सट लग गई, सत्संग सुनन गए ही एक्सीडेंट हो गया। जीव तू ऐ क्यों नहीं सोचता, मैं सत्संग सुन के आया तां ही मैं बच गया। हो सकता है मालिक दे घर दा सत्संग सुनन नाल थोड़ी सट लगी है, असी उसका शुकराना करना है। गुरु प्यारे सा संगत जी, जदों असी उपाधियां दा त्याग करके उस मालिक नू सहज समाध विच बैठ के पान दी कोशिश करांगे ते असी वडभागी हो जावांगे। वड्डे भाग लिव लागी, वो वड्डे भागां वाले हुंदे हन जिहड़े सतगुरां दे चरनां विच जाके प्रभु दे नाम दी दात लेंदे हन और सत्संगां विच बैठ के घड़ियां गुजारदे हन। असी पडभागी हाँ सारे, जाग के उस मालिक दे नाम दी चर्चा कर रहे हाँ, उस मालिक दे नाम दी महिमा सुन रहे हाँ, उन्हां संत महापुरुषां दे चरनां विच जा रहे हाँ जिन्हां दा अज कौम विच नाम है, समाज च नाम है।
ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਲੋਕਾਂ ਨੇ ਇੰਨਾ ਲੋਕਾਂ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਹੈ ਕਿ ਅੱਜ ਅਸੀਂ ਖੁਦ ਲਿਖਦੇ ਹਾਂ ਪੁੱਤ ਚਮਾਰਾਂ ਦੇ, ਜਾਂ ਉਸ ਜਾਤੀ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਜਿਸ ਜਾਤੀ ਨੂੰ ਪਹਿਲਾਂ ਅਸੀਂ ਕਹਿਣ ਤੋਂ ਗੁਰੇਜ਼ ਕਰਦੇ ਸੀ। ਅੱਜ ਅਸੀਂ ਆਪਣੀ ਜਾਤੀ ਤੇ ਉਸ ਤਰ੍ਹਾਂ ਅਭਿਮਾਨ ਕਰਦੇ ਹਾਂ ਜਿਸ ਤਰ੍ਹਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਲਿਖਿਆ ਸੀ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ, ਮੇਰੀ ਜਾਤੀ ਮਹਾਨ ਹੈ। ਮੈਂ ਉਹਨਾਂ ਰਹਿਬਰਾਂ ਦੀ ਸੰਤਾਨ ਹਾਂ ਜਿਨ੍ਹਾਂ ਨੇ ਅੱਜ ਤੋਂ 640 ਸਾਲ ਪਹਿਲਾਂ ਉਹਨਾਂ ਕਰਮ ਕਾਂਡਾਂ ਦਾ ਖੰਡਨ ਕੀਤਾ, ਉਹਨਾਂ ਵਿਅਰਥ ਦੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀ। ਅਸੀਂ ਉਹਨਾਂ ਦੀ ਸੰਤਾਨ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਕਰਕੇ ਵਡਭਾਗੀ ਹਾਂ। ਕਹੇ ਰਵਿਦਾਸ ਪ੍ਰਗਾਸ ਹਿਰਦੇ ਧਰ, ਜਨਮ ਮਰਨ ਪੇ ਭਾਗੀ। ਜਦੋਂ ਅਸੀਂ ਉਸ ਮਾਲਿਕ ਦੇ ਚਰਨਾਂ ਨਾਲ ਜੁੜ ਜਾਵਾਂਗੇ ਸਾਡੇ ਅੰਦਰ ਪ੍ਰਕਾਸ਼ ਹੋ ਜਾਵੇਗਾ। ਉਹ ਪ੍ਰਕਾਸ਼ ਜਿਸ ਨੂੰ ਅਸੀਂ ਤੀਸਰੇ ਨੇਤਰ ਰਾਹੀਂ, ਦਸਵੇਂ ਦੁਆਰ ਰਾਹੀਂ ਦੇਖ ਸਕਦੇ ਹਾਂ, ਔਰ ਉਹ ਅਜਿਹਾ ਪ੍ਰਕਾਸ਼ ਹੈ ਜਿਸ ਨਾਲ ਸਾਰੀ ਤਰ੍ਹਾਂ ਦੇ ਅਗਿਆਨਤਾ ਦੇ ਅੰਧੇਰੇ ਮਿਟ ਜਾਂਦੇ ਹਨ। ਉਹ ਦਿਵਯ ਪ੍ਰਕਾਸ਼ ਇਹੋ ਜਿਹੀ ਅਵਸਥਾ ਵਿੱਚ ਲੈ ਜਾਂਦਾ ਹੈ ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੇ ਸੁੱਖਾਂ ਦਾ ਸਾਗਰ ਹੈ, ਜਿੱਥੇ ਸਵਰਗਾਂ ਦੀ ਮਨੀ ਹੈ, ਜਿੱਥੇ ਹਰ ਪ੍ਰਕਾਰ ਦੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਉਹ ਜੀਵ ਉਸ ਮਾਲਿਕ ਨਾਲ ਅਪੇਧ ਹੋ ਜਾਂਦਾ ਹੈ, ਮਾਲਿਕ ਦਾ ਰੂਪ ਧਾਰਨ ਕਰ ਲੈਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਜਨਮ ਮਰਨ ਪੇ ਭਾਗੀ, ਸਾਰੇ ਪ੍ਰਕਾਰ ਦੇ ਜਨਮ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਪਾ ਕੇ ਇਹ ਜੀਵ, ਇਹ ਰੂਹ ਉਸ ਮਾਲਿਕ ਨਾਲ ਮਿਲ ਜਾਂਦੀ ਹੈ। ਉੱਥੇ ਸਾਨੂੰ ਸੁੱਖਾਂ ਦੇ ਸਾਗਰ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਸ਼ਬਦ ਦੇ ਰਾਹੀਂ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਨੂੰ ਇਹੀ ਸੰਦੇਸ਼ ਦਿੰਦੇ ਹਨ ਕਿ ਅਸੀਂ ਮਾਲਿਕ ਦੇ ਨਾਮ ਨਾਲ ਜੁੜ ਕੇ ਉਹਨਾਂ ਸੁੱਖਾਂ ਦੇ ਸਾਗਰ ਨੂੰ ਪ੍ਰਾਪਤ ਕਰਨਾ ਹੈ। ਲੇਕਿਨ ਉਹ ਸੁੱਖਾਂ ਦਾ ਸਾਗਰ ਉਸ ਪ੍ਰਭੂ ਦੇ ਹੱਥਾਂ ਦੀਆਂ ਤਲੀਆਂ ਵਿੱਚ ਹਨ, ਔਰ ਉਹ ਹੱਥਾਂ ਦੀਆਂ ਤਲੀਆਂ ਕੀ ਹਨ? ਪ੍ਰਭੂ ਦੇ ਨਾਮ ਦਾ ਸਿਮਰਨ। ਜਦੋਂ ਅਸੀਂ ਪ੍ਰਭੂ ਦੇ ਨਾਮ ਦਾ ਸਿਮਰਨ ਕਰਾਂਗੇ ਸੰਸਾਰ ਦੇ ਸਾਰੇ ਭੌਤਿਕ ਪਦਾਰਥ ਸਾਡੇ ਆਪਣੇ ਹੋ ਜਾਣਗੇ। ਜਦੋਂ ਅਸੀਂ ਬਾਜੀਗਰ ਨਾਲ ਦੋਸਤੀ ਪਾ ਲਵਾਂਗੇ ਬਾਜੀਆਂ ਆਪਣੇ ਆਪ ਹੀ ਮਿਲ ਜਾਣਗੀਆਂ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਉਹਨਾਂ ਮਹਾਨ ਰਹਿਬਰਾਂ ਦੇ ਉਪਦੇਸ਼ ਤੇ ਚੱਲ ਕੇ ਆਪਣਾ ਵੀ ਜੀਵਨ ਸਫਲ ਬਣਾਈਏ ਤੇ ਪਰਿਵਾਰ ਨੂੰ ਵੀ, ਕੁਲਾਂ ਨੂੰ ਵੀ ਤਾਰ ਦਈਏ। ਸਤਿਗੁਰ ਰਵਿਦਾਸ ਮਹਾਰਾਜ ਜੀ ਦੀਆਂ 2-3 ਸਿੱਖਿਆਵਾਂ ਨੂੰ ਜ਼ਰੂਰ ਯਾਦ ਰੱਖਣਾ, ਕਿਉਂਕਿ ਅਸੀਂ ਘਰੋਂ ਨਿਕਲੇ ਹਾਂ, ਮਿਸ਼ਨ ਦੇ ਡੇਰਿਆਂ ਤੇ ਜਾ ਰਹੇ ਹਾਂ, ਮਹਾਨ ਸੰਤਾਂ ਦੇ ਦਰਸ਼ਨ ਕਰ ਰਹੇ ਹਾਂ। ਸਭ ਤੋਂ ਪਹਿਲਾਂ ਵਿਦਿਆ ਹਾਸਲ ਕਰਨੀ ਹੈ, ਬੱਚਿਆਂ ਨੂੰ ਸਾਰੀ ਪ੍ਰਕਾਰ ਦੀ ਸਿੱਖਿਆ ਦੇਣੀ ਹੈ, ਕਿਉਂਕਿ ਗੁਰੂ ਜੀ ਨੇ ਕਿਹਾ ਸੀ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਜੇਕਰ ਅਸੀਂ ਸਿੱਖਿਆ ਪ੍ਰਾਪਤ ਨਹੀਂ ਕਰਾਂਗੇ ਤੇ ਸਾਡਾ ਵਿਵੇਕ ਰੂਪੀ ਦੀਵਾ ਮੈਲਾ ਹੋ ਜਾਂਦਾ ਹੈ, ਸਾਨੂੰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਦੂਸਰਾ, ਮਧੂਮੱਖੀਆਂ ਦੀ ਤਰ੍ਹਾਂ ਮਿਲ ਕੇ ਰਹਿਣਾ ਹੈ। ਮਧੂਮੱਖੀਆਂ ਹਮੇਸ਼ਾ ਵਧੀਆ ਫੁੱਲਾਂ ਤੇ ਬੈਠਦੀਆਂ ਹਨ, ਖੁਸ਼ਬੂਦਾਰ ਫੁੱਲਾਂ ਤੇ ਬੈਠ ਕੇ ਉਹਨਾਂ ਦੇ ਉੱਥੋਂ ਪਰਾਗ ਇਕੱਠਾ ਕਰਕੇ ਸ਼ਹਿਦ ਬਣਾਉਂਦੀਆਂ ਹਨ, ਕਦੇ ਵੀ ਕੜਵੇ ਫੁੱਲਾਂ ਤੇ ਨਹੀਂ ਬੈਠਦੀਆਂ। ਅਰਥਾਤ ਵਧੀਆ ਸੰਗਤ ਕਰਨੀ ਔਰ ਸੰਗਠਿਤ ਰਹਿੰਦੀਆਂ ਹਨ, ਰਾਣੀ ਮੱਖੀ ਦਾ ਕਹਿਣਾ ਮੰਨਦੀਆਂ ਹਨ। ਇਸੇ ਤਰ੍ਹਾਂ ਅਸੀਂ ਉਹਨਾਂ ਰਹਿਬਰਾਂ ਦੇ ਕਹੇ ਅਨੁਸਾਰ ਚੱਲਣਾ ਹੈ ਤੇ ਇਕੱਠੇ ਮਿਲ ਕੇ ਰਹਿਣਾ ਹੈ, ਵਧੀਆ ਸੰਗਤ ਕਰਨੀ ਹੈ। ਤੀਸਰਾ, ਪਰਾਧੀਨਤਾ ਪਾਪ ਹੈ ਜਾਨ ਲਿਓ ਰੇ ਮੇਰੀ ਮੀਤ। ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਬਹੁਤ ਸਾਲ ਪਹਿਲਾਂ ਕਹਿ ਦਿੱਤਾ, ਗੁਲਾਮੀ ਨਹੀਂ ਚੰਗੀ ਹੁੰਦੀ। ਗੁਲਾਮੀ ਤੋਂ ਭਾਵ ਕੀ ਹੈ? ਪਰਾਧੀਨਤਾ। ਅਸੀਂ ਦੂਸਰਿਆਂ ਦੀ ਸੋਚ ਪਿੱਛੇ ਨਹੀਂ ਲੱਗਣਾ, ਆਪਣੀ ਸੋਚ ਸੋਚਣੀ, ਵਧੀਆ ਸੋਚ ਸੋਚਣੀ ਹੈ। ਜਦੋਂ ਅਸੀਂ ਆਤਮ ਨਿਰਭਰ ਬਣ ਜਾਵਾਂਗੇ, ਪੜ੍ਹ ਲਿਖ ਕੇ ਆਪਣੇ ਕਾਰੋਬਾਰ ਖੁਦ ਕਰਾਂਗੇ, ਆਤਮ ਨਿਰਭਰ ਹੋ ਜਾਵਾਂਗੇ,
ਅਸੀਂ ਉਸ ਮਾਲਿਕ ਦਾ ਨਾਮ ਵੀ ਤਾਂ ਹੀ ਲੈ ਸਕਦੇ ਹਾਂ। ਘਰ ਵਿੱਚ ਰੋਟੀ ਨਹੀਂ ਹੋਏਗੀ, ਅਸੀਂ ਮਾਲਿਕ ਦਾ ਨਾਮ ਕਿਵੇਂ ਲਵਾਂਗੇ? ਬੱਚਿਆਂ ਨੂੰ ਇਸ ਯੋਗ ਬਣਾ ਦੇਣਾ ਹੈ ਕਿ ਉਹ ਕੋਈ ਨਾ ਕੋਈ ਆਪਣਾ ਕਾਰੋਬਾਰ ਕਰ ਸਕਣ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਕਾਰੋਬਾਰ ਕੋਈ ਵੀ ਛੋਟਾ ਨਹੀਂ ਹੁੰਦਾ ਜਾਂ ਬੁਰਾ ਨਹੀਂ ਹੁੰਦਾ। ਮਹਾਰਾਜ ਜੀ ਕੀ ਕਹਿੰਦੇ ਹਨ ਕਿ ਕੋਈ ਵੀ ਕੰਮ ਕਰੋ, ਵਧੀਆ ਕਰੋ। ਜਦੋਂ ਤੁਸੀਂ ਉਸ ਕੰਮ ਨੂੰ ਵਧੀਆ ਤਰੀਕੇ ਨਾਲ ਕਰੋਗੇ, ਤੁਹਾਨੂੰ ਉਸ ਵਿੱਚ ਬਹੁਤ ਹੀ ਬਰਕਤ ਮਿਲੇਗੀ, ਸੰਤੁਸ਼ਟੀ ਮਿਲੇਗੀ, ਮਾਲਿਕ ਤੁਹਾਡੇ ਤੇ ਖੁਸ਼ ਹੋ ਜਾਵੇਗਾ। ਤੇ ਇਹਨਾਂ ਉਪਦੇਸ਼ਾਂ ਨੂੰ ਜ਼ਰੂਰ ਅਪਣਾਉਣਾ ਹੈ, ਤਾਂ ਹੀ ਅਸੀਂ ਸੱਚੇ ਮਿਸ਼ਨਰੀ ਹੋ ਸਕਦੇ ਹਾਂ, ਤਾਂ ਹੀ ਅਸੀਂ ਸੱਚੇ ਗੁਰਮੁਖ ਹੋ ਸਕਦੇ ਹਾਂ, ਤਾਂ ਹੀ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸੰਤਾਨ ਹੋ ਸਕਦੇ ਹਾਂ। ਸਾਰਿਆਂ ਨੂੰ ਜੈ ਗੁਰਦੇਵ, ਜੈ ਗੁਰੂ ਰਵਿਦਾਸ ਜੀ। ਫਤਿਹਬਾਦ ਤੋਂ ਜਿਹੜੀ ਵੀ ਸੰਗਤ ਆਈ ਹੈ, ਅਸੀਂ ਟਰਸਟ ਵੱਲੋਂ ਉਹਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਤੇ 12 ਜੂਨ ਨੂੰ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਜਿੱਥੇ ਤੁਸੀਂ ਬੈਠੇ ਹੋ, ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਨਿਰਵਾਣ ਦਿਵਸ ਮਨਾਇਆ ਜਾਵੇਗਾ। ਆਪ ਸਾਰੀ ਸੰਗਤ ਤੇ ਆਸ-ਪਾਸ ਇਹ ਮੈਸੇਜ ਦੇ ਦੇਣਾ ਹੈ ਕਿ ਆਪ ਗੁਰੂ ਘਰ ਵਿੱਚ ਆ ਕੇ ਸਤਸੰਗ ਸਰਵਨ ਕਰ ਸਕਦੇ ਹੋ। 12 ਜੂਨ ਨੂੰ ਸਵੇਰੇ 10 ਵਜੇ ਸਤਸੰਗ ਹੋਵੇਗਾ। ਰਹਿਣ ਦਾ, ਖਾਣ ਪੀਣ ਦਾ ਆਪਨੇ ਦੇਖ ਹੀ ਲਿਆ। ਜੋ ਵੀ ਤਿਲ ਫੁੱਲ ਹਨ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹਨ ਤੇ ਉਸੇ ਅਨੁਸਾਰ ਆਪ ਜੀ ਨੇ ਆਣਾ ਹੈ। ਸਾਰਿਆਂ ਨੂੰ ਜੈ ਗੁਰਦੇਵ, ਜੈ ਗੁਰੂ ਰਵਿਦਾਸ ਜੀ। आओ सारे मिलके आरती दा गुणगान करिए। नाम तेरो आरती मजन मुरारे, हर के नाम बिन झूठे सगल पसारे। नाम तेरो आरती मजन मुरारे, हर के नाम बिन झूठे सगल पसारे। नाम तेरो आसनो, नाम तेरो उरसा, नाम तेरो आसनो, नाम तेरो उरसा। नाम तेरा केसरो ले चिटकारे, हर के नाम बिन झूठे सगल पसारे। नाम तेरा अम्बुला, नाम तेरो चंदनो, नाम तेरो अम्बला, नाम तेरा चंदनो। घस जपे नाम ले तुझको उचारे, हर के नाम बिन झूठे सगल पसारे। नाम तेरा दीवा, नाम तेरो बाती, नाम तेरो दीवा, नाम तेरो बाती। नाम तेरो तेल ले माही पसारे, हर के नाम बिन झूठे सगल पसारे। नाम तेरे की जोत लगाई, नाम तेरे की जोत लगाई। बेओज आरो पवन सगलारे, हर के नाम बिन झूठे सगल पसारे। नाम तेरो तागा, नाम फूल माला, नाम तेरो तागा, नाम फूल माला। पार 18 सगल जुठारे, हर के नाम बिन झूठे सगल पसारे। तेरो किया तुझे क्या अर्पयो, तेरो किया तुझ क्या अर्पो।
नाम तेरा तू ही चवर डोलारे, हर के नाम बिन चूठे सगल पसारे। दस अट्ठा अठ सठे चारे खाने, दस अट्ठा अठ सठ चारे खाने। ए बर्तन है सगल संसारे, हर के नाम बिन चूठे सगल पसारे। कहे रविदास नाम तेरो आरती, कहे रविदास नाम तेरो आरती। सत नाम है हर भोग तुहारे, हर के नाम बिन चूठ सगल पसारे। नाम तेरो आरती मजन मुरारे, हर के नाम बिन चूठ सगल पसारे। हर के नाम बिन चूठे सगल पसारे। श्लोक हर सोहीरा छाड़ के करे आन की आस, ते नर दोजक जाएंगे सत पाखे रविदास। ऐसा चाहूँ राज में जहाँ मिले सबन को अन्न, छोट बड़ो सब संबसे रविदास रहे प्रसन्न। छोट बड़ो सब संबसे रविदास रहे प्रसन्न। जो बोले सो निरपय सतगुरु रविदास महाराज की जय। स्वामी जगत गिर महाराज की जय। स्वामी गुरुदेव गिर महाराज की जय। सब साधु संतन की जय। गुरु प्यारी साध संगत जी, हजूर महाराज जी दे आप दर्शन दीदार नहीं कर सके, लेकिन हजूर महाराज जी ने पता नहीं किन्ने फोन किए हैं कि संगत ने आना है, उन्होंने किसी प्रकार की कोई मुश्किल ना होवे। इस करके उन्होंने सारिਆਂ ਨੂੰ जय गुरुदेव जय गुरु रविदास जी धन गुरुदेव कहा है। आप सारी संगत ਨੂੰ आशीर्वाद देता है। आप सारी संगत दोबारा गुरु घर विच जरूर आना। जय गुरुदेव जय गुरु रविदास।